Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਕਬੂ ਨਾ ਮਨੋ ਵਿਸਾਰੇ, ਈਹਾ ਊਹਾ ਸਰਬ ਸੁਖ ਦਾਤਾ, ਸਗਲ ਘਟਾ ਪ੍ਰਤਪਾਰੇ ਰਹਾਓ। ਹੇ ਭਾਈ, ਉਸ ਪ੍ਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚੋਂ ਕਦੇ ਵੀ ਨਾ ਵਿਸਾਰ। ਇਹ ਹਦਾਇਤ ਕੀਤੀ ਗਈ ਹੈ ਸਾਨੂੰ ਕਿ ਹਰ ਹਰ ਕਬੂ ਨਾ ਮਨੋ ਵਿਸਾਰੇ। ਉਹ ਪ੍ਰਮਾਤਮਾ ਜਿਹੜਾ ਈਹਾ ਊਹਾ ਸਰਬ ਸੁਖ ਦਾਤਾ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਰੇ ਸੁੱਖਾਂ ਦੀ ਦਾਤ ਬਖਸ਼ਣ ਵਾਲਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਨਰਕ ਤੇ ਸਵਰਗ ਦੇ ਬਾਰੇ ਦੇ ਵਿੱਚ ਜੋ ਅਸੀਂ ਵੀਡੀਓ ਕੀਤੀ ਸੀ ਉਹ ਵੇਖੀ ਹੋਵੇਗੀ। ਇੱਥੇ ਫਿਰ ਤੋਂ ਇੱਕ ਵਾਰ ਕਲੀਅਰ ਕਰ ਦਿੰਦੇ ਹਾਂ ਕਿ ਈਹਾ ਊਹਾ ਲੋਕ ਪਰਲੋਕ ਸਾਡੀ ਇਸੇ ਜ਼ਿੰਦਗੀ ਦੇ ਵਿੱਚ ਹੰਢਾਏ ਜਾਂਦੇ ਸਾਡੇ ਵੱਲੋਂ ਸੁੱਖ ਤੇ ਦੁੱਖ ਨੇ। ਸੁੱਖ ਨੂੰ ਲੋਕ ਕਹਿ ਲਵੋ, ਦੁੱਖ ਨੂੰ ਪਰਲੋਕ ਕਹਿ ਲਵੋ। ਦੋਨਾਂ ਹੀ ਸਥਿਤੀਆਂ ਦੇ ਵਿੱਚ ਉਹ ਪ੍ਰਮਾਤਮਾ ਸਾਨੂੰ ਸੁੱਖਾਂ ਦੀ ਦਾਤ ਹੀ ਬਖਸ਼ਦਾ। ਉਹਦਾ ਨਾਮ ਸਾਨੂੰ ਸ਼ਾਂਤ ਹੀ ਕਰਦਾ। ਸਗਲ ਘਟਾ ਪ੍ਰਤਪਾਰੇ, ਭਾਵ ਕਿ ਸਾਰੇ ਹੀ ਸਰੀਰਾਂ ਦੀ ਪਾਲਣਾ ਉਹ ਪ੍ਰਮਾਤਮਾ ਕਰਦਾ ਹੈ। ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ। ਜਦੋਂ ਅਸੀਂ ਆਪਣੀ ਰਸਨਾ ਤੋਂ ਆਪਣੀ ਜੀਵ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਚਿਤਾਰਦੇ ਹਾਂ, ਉਹਦੇ ਨਾਮ ਸਿਮਰਨ ਦੇ ਵਿੱਚ ਜੁੜਦੇ ਹਾਂ, ਤਾਂ ਸਾਡੇ ਵੱਡੇ ਤੋਂ ਵੱਡੇ ਕਸ਼ਟ ਵੀ ਪਲਾਂ ਦੇ ਵਿੱਚ ਨਿਵਰਤ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਕੋਈ ਵੀ ਕਸ਼ਟ, ਕੋਈ ਵੀ ਦੁੱਖ ਉਦੋਂ ਤੱਕ ਸਾਨੂੰ ਦੁਖੀ ਕਰਦਾ ਜਦ ਤੱਕ ਅਸੀਂ ਉਹਦੇ ਬਾਰੇ ਸੋਚ ਰਹੇ ਹੁੰਦੇ ਹਾਂ। ਤੇ ਜੇਕਰ ਅਸੀਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਜਾਈਏ ਤਾਂ ਉਹ ਸੋਚ ਸਾਡੇ ਮਨ ਤੋਂ ਹਟ ਜਾਂਦੀ ਹੈ ਤੇ ਉਹ ਸੋਚ ਹਟਦੇ ਹੀ ਉਹ ਦੁੱਖ ਵੀ ਹਟ ਜਾਂਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਨਾਮੁਮਕਿਨ ਗੱਲਾਂ ਨੇ ਤਾਂ ਸਾਡੇ ਇਤਿਹਾਸ ਦੇ ਵਿੱਚ ਪਈਆਂ ਅਨੇਕਾਂ ਹੀ ਕੁਰਬਾਨੀਆਂ ਵੱਲ ਝਾਤ ਮਾਰ ਲਿਓ। ਇਸ ਪ੍ਰਕਾਰ ਦੇ ਕਸ਼ਟ ਸਿੰਘਾਂ ਨੇ ਸਹੇ ਨੇ। ਜੇਕਰ ਅਸੀਂ ਸੋਚੀਏ ਤਾਂ ਸਾਡੀ ਸੋਚ ਕੇ ਰੂਹ ਕੰਬ ਜਾਵੇ, ਪਰ ਉਹਨਾਂ ਨੇ ਸੀ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਮਨ ਪ੍ਰਮਾਤਮਾ ਦੀ ਯਾਦ ਦੇ ਵਿੱਚ ਲੱਗਿਆ ਹੋਇਆ ਸੀ। ਉਹਨਾਂ ਦੀ ਸੁਰਤ, ਉਹਨਾਂ ਦੀ ਸੋਚ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਸੀ। ਉਹਨਾਂ ਦਾ ਧਿਆਨ ਉਸ ਪ੍ਰਮਾਤਮਾ ਵਿੱਚ ਸੀ। ਜੋ ਉਸ ਵਕਤ ਉਹਨਾਂ ਦੇ ਨਾਲ ਵਾਪਰ ਰਿਹਾ ਸੀ ਉਹਦੇ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਸੀ। ਸਾਡੇ ਲਈ ਉਸ ਅਵਸਥਾ ਨੂੰ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਨਾਮੁਮਕਿਨ ਨਹੀਂ ਹੈ। ਇਸ ਗੱਲ ਨੂੰ ਚੇਤੇ ਦੇ ਵਿੱਚ ਰੱਖੀਏ ਕਿ ਮਹਾ ਕਸ਼ਟ ਕਾਟੈ ਖਿਨ ਭੀਤਰ, ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸੂਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਉਹ ਪ੍ਰਮਾਤਮਾ ਦਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਬਲਦੀ ਹੋਈ, ਸਾਡੇ ਮਨਾਂ ਦੇ ਵਿੱਚ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਦੇ ਸਮਰੱਥ ਹੈ ਤੇ ਸਾਨੂੰ ਠੰਡੇ ਠਾਰ ਸ਼ਾਂਤ ਮਨ ਕਰਨ ਦੇ ਸਮਰੱਥ ਹੈ। ਸਾਨੂੰ ਹਰ ਪ੍ਰਕਾਰ ਦਾ ਸੁੱਖ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪ੍ਰਾਪਤ ਹੁੰਦਾ ਹੈ। ਗਰਭ ਕੁੰਡ ਨਰਕ ਤੇ ਰਾਖੈ, ਭਵ ਜਲ ਪਾਰ ਉਤਾਰੇ, ਚਰਨ ਕਮਲ ਅਰਾਧਤ ਮਨ ਮਹਿ, ਜਮ ਕੀ ਤਰਾਸ ਬਿਦਾਰੇ। ਜਦ ਅਸੀਂ ਉਸ ਪ੍ਰਮਾਤਮਾ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਾਂ, ਆਪਣੇ ਮਨ ਦੇ ਵਿੱਚ ਉਹਨਾਂ ਨੂੰ ਅਰਾਧਦੇ ਹਾਂ, ਤਾਂ ਸਾਡਾ ਆਤਮਕ ਮੌਤ ਦਾ ਜੋ ਖਤਰਾ ਹੈ ਉਹ ਟਲ ਜਾਂਦਾ ਹੈ। ਗਰਭ ਕੁੰਡ ਨਰਕ, ਇਹ ਤਿੰਨ ਸ਼ਬਦ ਮਾਂ ਦੇ ਪੇਟ ਦੇ ਲਈ, ਮਾਂ ਦੀ ਕੁੱਖ ਦੇ ਲਈ ਵਰਤੇ ਗਏ ਹਨ। ਹੁਣ ਮੇਰੇ ਅੰਗ ਨੰਬਰ ਯਾਦ ਨਹੀਂ, ਪਰ ਪਿੱਛੇ ਅਸੀਂ ਇੱਕ ਅੰਗ ਦੇ ਵਿੱਚ ਇਹ ਗੱਲ ਹੋਈ ਸੀ ਜਦ ਗੁਰੂ ਜੀ ਨੇ ਦੱਸਿਆ ਸੀ ਕਿ ਜੋ ਬੱਚਾ ਹੁੰਦਾ ਹੈ ਮਾਂ ਦੇ ਪੇਟ ਵਿੱਚ, ਮਾਂ ਦੀ ਕੁੱਖ ਵਿੱਚ ਪੁੱਠਾ ਲਟਕ ਰਿਹਾ ਹੁੰਦਾ ਹੈ, ਉਹ ਕਿਸੇ ਨਰਕ ਤੋਂ ਘੱਟ ਨਹੀਂ ਹੁੰਦਾ। ਬਹੁਤ ਜ਼ਿਆਦਾ ਸ਼ੋਰ ਵੀ ਅੰਦਰ ਹੁੰਦਾ ਹੈ, ਉਹ ਕਿਸੇ ਨਰਕ ਤੋਂ ਘੱਟ ਨਹੀਂ ਹੁੰਦਾ। ਉਸੇ ਪ੍ਰਕਿਰਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਮੇਰਾ ਇਹ ਖਿਆਲ ਹੈ ਕਿ ਗੁਰੂ ਜੀ ਨੇ ਇਹ ਸ਼ਬਦ ਮਾਂ ਦੀ ਕੁੱਖ ਦੇ ਲਈ ਵਰਤੇ ਹਨ। ਗਰਭ ਕੁੰਡ ਨਰਕ ਤੇ ਰਾਖੈ, ਭਵ ਜਲ ਪਾਰ ਉਤਾਰੇ। ਕਿ ਉਹ ਪ੍ਰਮਾਤਮਾ ਦੇ ਚਰਨ ਕਮਲ ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਦੇ ਹਾਂ
ਤਾਂ ਸਾਨੂੰ ਉਸ ਨਰਕ ਦੇ ਵਿੱਚ ਜਾਣ ਤੋਂ ਰਾਹਤ ਮਿਲ ਜਾਂਦੀ ਹੈ। ਕਿਤੇ ਨਾ ਕਿਤੇ ਇਹ ਗੱਲ ਉੱਥੇ ਜਾ ਕੇ ਜੁੜਦੀ ਹੈ ਕਿ ਜੋ ਸਾਡੀ ਆਤਮਾ ਹੈ ਉਹ ਵੱਖ-ਵੱਖ ਜੂਨਾਂ ਦੇ ਵਿੱਚ ਜਾਣ ਤੋਂ ਬਚ ਜਾਂਦੀ ਹੈ। ਜਨਮ ਮਰਨ ਦੇ ਬੰਧਨ ਤੇ ਵੱਖ-ਵੱਖ ਜੋ ਜੂਨਾਂ ਦਾ ਕਨਸੈਪਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਪ੍ਰਕਾਰ ਦੇ ਨਾਲ ਬਕਾਇਦਾ ਦਰਜ ਹੈ। ਇੱਕ ਉਹੀ ਹੈ ਜੋ ਹਿੰਦੂ ਧਰਮ ਦੇ ਵਿੱਚ ਵੀ ਪ੍ਰਚਲਿਤ ਹੈ ਕਿ ਆਤਮਾ ਇੱਕ ਸਰੀਰ ਚੋਂ ਨਿਕਲ ਕੇ ਦੂਸਰੇ ਦੇ ਵਿੱਚ ਚਲੀ ਜਾਂਦੀ ਹੈ। ਬਹੁਤੀਆਂ ਥਾਵਾਂ ਤੇ ਇਹ ਕਨਸੈਪਟ ਸਾਨੂੰ ਨਜ਼ਰ ਆਉਂਦਾ ਹੈ ਤੇ ਹੋਰਨਾਂ ਬਹੁਤੀਆਂ ਥਾਵਾਂ ਤੇ ਸਾਨੂੰ ਇਹ ਕਨਸੈਪਟ ਵੀ ਨਜ਼ਰ ਆਉਂਦਾ ਹੈ ਕਿ ਜਨਮ ਮਰਨ ਸਾਡੀ ਇਸ ਜ਼ਿੰਦਗੀ ਦੇ ਵਿੱਚ ਜੋ ਅਸੀਂ ਸੁੱਖ ਦੁੱਖ ਹੰਢਾਉਂਦੇ ਹਾਂ ਉਹੀ ਹੈ। ਤਾਂ ਇਹ ਦੋਨੋਂ ਹੀ ਗੱਲਾਂ ਬਾਣੀ ਦੇ ਵਿੱਚ ਦਰਜ ਨੇ। ਕਈ ਸ਼ਬਦ ਅਜਿਹੇ ਹੁੰਦੇ ਨੇ ਜਿੱਥੇ ਇੱਕ ਕਨਸੈਪਟ ਲਾਗੂ ਹੁੰਦਾ ਤੇ ਕਈ ਅਜਿਹੇ ਹੁੰਦੇ ਨੇ ਜਿੱਥੇ ਦੂਸਰਾ ਲਾਗੂ ਹੁੰਦਾ ਹੈ। ਤਾਂ ਇਸ ਪੰਕਤੀ ਦੇ ਵਿੱਚ ਦੂਸਰੇ ਵਾਲਾ ਲਾਗੂ ਹੋ ਰਿਹਾ ਹੈ ਕਿ ਸਾਨੂੰ ਜਨਮ ਮਰਨ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਲੰਘ ਜਾਂਦੇ ਹਾਂ ਜਦੋਂ ਉਸ ਪ੍ਰਮਾਤਮਾ ਦੇ ਚਰਨਾਂ ਕਮਲਾਂ ਨੂੰ ਆਪਣੇ ਮਨ ਦੇ ਵਿੱਚ ਆਰਾਧਦੇ ਹਾਂ। ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਅਪਾਰੇ, ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਫਿਰ ਤੋਂ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ, ਕਿ ਜੋ ਮਨੁੱਖ ਉਸ ਅਪਾਰ ਪਾਰ ਬ੍ਰਹਮ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹਦੀ ਸਿਫਤ ਸਲਾਹ ਦੇ ਗੁਣ ਗਾਉਂਦਾ ਹੈ, ਉਹ ਸੁਖ ਸਾਗਰ ਨੂੰ ਪ੍ਰਾਪਤ ਕਰ ਲੈਂਦਾ ਹੈ, ਆਪਣੇ ਜਨਮ ਨੂੰ ਵਿਅਰਥ ਗਵਾਉਣ ਤੋਂ ਬਚ ਜਾਂਦਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੇ ਦਾਤਾਰੇ, ਕਿ ਮੇਰੇ ਗੁਣਹੀਣ ਦੇ ਦਾਤਾਰ ਮੇਰੀ ਇਹ ਅਰਜ਼ੋਈ ਸੁਣ ਕਿ ਮੇਰਾ ਮਨ ਕਾਮ ਕ੍ਰੋਧ ਲੋਭ ਮੋਹ ਵਰਗੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਕਰ ਕਿਰਪਾ ਆਪਣੋ ਨਾਮ ਦੀਜੈ, ਨਾਨਕ ਸਦ ਬਲਿਹਾਰੇ, ਨਾਨਕ ਦੇ ਉੱਤੇ ਕਿਰਪਾ ਕਰ ਤੇ ਉਹਨੂੰ ਆਪਣਾ ਨਾਮ ਬਖਸ਼, ਜਿਹਦੀ ਸਹਾਇਤਾ ਦੇ ਨਾਲ ਕਿ ਨਾਨਕ ਇਹਨਾਂ ਵਿਕਾਰਾਂ ਤੋਂ ਬਚ ਸਕੇ। ਤੇਰਾ ਦਾਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵਿਕਾਰਾਂ ਤੋਂ ਬਚ ਸਕੇ ਤੇ ਤੇਰੇ ਤੋਂ ਸਦਾ ਹੀ ਬਲਿਹਾਰੇ ਜਾਵੇ। ਰਾਗ ਗੌੜੀ ਚੇਤੀ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ ਰਹਾਓ, ਕਿ ਹੇ ਭਾਈ ਉਸ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਸੁੱਖ ਨਹੀਂ ਮਿਲਦਾ। ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਇੱਕ ਅਮੁੱਲੇ ਹੀਰੇ ਦੇ ਬਰਾਬਰ ਦਾ ਇਹ ਮਨੁੱਖਾ ਜਨਮ ਜਿੱਤ ਲੈ, ਇਹਦੀ ਬਾਜ਼ੀ ਜਿੱਤ ਲੈ। ਕਿਵੇਂ? ਸਾਧ ਸੰਗਤ ਜਪ ਇੱਕ ਖਿਨਾ, ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਜਪ। ਅੱਜ ਦੀ ਵਿਵਹਾਰਕ ਜ਼ਿੰਦਗੀ ਦੇ ਵਿੱਚ ਇਹ ਤਾਂ ਸੰਭਵ ਨਹੀਂ ਕਿ ਅਸੀਂ ਹਰ ਵਕਤ ਗੁਰੂ ਘਰ ਦੇ ਵਿੱਚ ਜਾ ਕੇ ਜਾਂ ਹੋਰ ਕਿਸੇ ਥਾਂ 'ਤੇ ਜਿੱਥੇ ਸਾਧ ਸੰਗਤ ਦਾ ਜੁੜਮੇਲ ਹੈ ਉੱਥੇ ਬੈਠ ਕੇ ਪਰਮਾਤਮਾ ਦਾ ਨਾਮ ਜਪ ਸਕੀਏ। ਪਰ ਇਹ ਬਿਲਕੁਲ ਸੰਭਵ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਸਦਾ ਚੇਤੇ ਦੇ ਵਿੱਚ ਰੱਖ ਸਕੀਏ। ਆਪਣੀ ਜ਼ਿੰਦਗੀ ਦੇ ਇੱਕ ਇੱਕ ਪਲ ਉਹ ਸਾਡੇ ਚੇਤੇ ਦੇ ਵਿੱਚ ਹੋਵੇ। ਅਸੀਂ ਹਮੇਸ਼ਾ ਹੀ ਸਾਧ ਸੰਗਤ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰਦੇ ਹਾਂ ਕਿ ਜ਼ਿੰਦਗੀ ਦੇ ਇੱਕ ਇੱਕ ਪਲ ਦੇ ਵਿੱਚ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੋ ਤੇ ਇਹਦੇ ਨਾਲ ਨਾਲ ਕੁਝ ਸਮਾਂ ਕੱਢ ਕੇ ਸਾਧ ਸੰਗਤ ਦੇ ਵਿੱਚ ਵੀ ਜ਼ਰੂਰ ਜੁੜਨਾ ਚਾਹੀਦਾ ਹੈ। ਉਹ ਬੇਸ਼ੱਕ ਤੁਸੀਂ ਗੁਰੂ ਘਰ ਜਾ ਕੇ ਜੁੜ ਰਹੇ ਹੋ, ਬੇਸ਼ੱਕ ਤੁਸੀਂ ਇੰਟਰਨੈਟ ਦੀ ਸਹਾਇਤਾ ਦੇ ਨਾਲ YouTube ਦੇ ਉੱਪਰ ਸਾਧ ਸੰਗਤ ਦੇ ਵਿੱਚ ਜੁੜ ਰਹੇ ਹੋ। ਇੱਕ ਹੀ ਵਕਤ 'ਤੇ ਜਿਹੜੀ ਵੀਡੀਓ ਨੂੰ ਤੁਸੀਂ ਵੇਖਦੇ ਪਏ ਹੋ ਹੋਰ ਵੀ ਕਈ ਇਨਸਾਨ ਵੇਖ ਰਹੇ ਹੋਣਗੇ ਤਾਂ ਉਹ ਸਾਧ ਸੰਗਤ ਹੀ ਹੈ। ਤੁਸੀਂ ਸਾਰੇ ਇੱਕ ਹੀ ਗੱਲ ਨੂੰ ਸੁਣ ਤੇ ਸਮਝ ਰਹੇ ਹੋ, ਸਾਧ ਸੰਗਤ ਦੇ ਵਿੱਚ ਜੁੜੇ ਹੋਏ ਹੋ। ਸੋ ਜਿੰਨਾ ਸਮਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਦਿਨ ਦੇ ਵਿੱਚੋਂ ਤੁਸੀਂ ਇਸ ਕਾਰਜ ਲਈ ਕੱਢ ਸਕਦੇ ਹੋ ਉਨਾ ਜ਼ਰੂਰ ਕੱਢਣਾ ਚਾਹੀਦਾ ਹੈ, ਉਹ ਵੀ ਜ਼ਰੂਰੀ ਹੈ। ਪਰ ਜੋ ਸਮਾਂ ਤੁਸੀਂ ਕੰਮ ਕਾਜ ਦੇ ਵਿੱਚ ਲੱਗੇ ਹੋਏ ਹੋ, ਆਪਣੀ ਵਿਵਹਾਰਕ ਜ਼ਿੰਦਗੀ ਦੇ ਕਾਰਜ ਕਰ ਰਹੇ ਹੋ, ਉਸ ਵਕਤ ਵੀ ਪਰਮਾਤਮਾ ਤੁਹਾਡੇ ਚੇਤੇ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਸਦਾ ਤੁਹਾਡੇ ਨਾਲ ਹੈ।
ਸੁਤ ਸੰਪਤ ਬਨਤਾ ਵਿਨੋਦ, ਛੋੜ ਗਏ ਬਹੁ ਲੋਗ ਭੋਗ। ਪੁੱਤਰ, ਸੰਪत्ति, ਇਸਤਰੀ ਦਾ ਲਾਡ, ਇਹ ਸਾਰੀਆਂ ਹੀ ਚੀਜ਼ਾਂ ਨੂੰ ਭੋਗ ਕੇ ਅਨੇਕਾਂ ਹੀ ਲੋਕ ਇਹਨਾਂ ਚੀਜ਼ਾਂ ਨੂੰ ਆਖਰ ਇੱਥੇ ਹੀ ਛੱਡ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਹੈਵਰ ਗੈਵਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ। ਹਾਥੀ ਘੋੜੇ ਤੇ ਹਕੂਮਤ ਦੀਆਂ ਮੌਜਾਂ ਮਾਣਦੇ ਹੋਏ ਮਨੁੱਖ ਇਹਨਾਂ ਮੌਜਾਂ ਨੂੰ ਇੱਥੇ ਹੀ ਛੱਡ ਕੇ ਆਖਰ ਨੰਗੇ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਚੋਆ ਚੰਦਨ ਦੇ ਫੂਲਿਆ, ਸੋ ਤਨ ਧਰ ਸੰਗ ਰੂਲਿਆ। ਜਿਸ ਤਨ ਦੇ ਉੱਪਰ ਤੂੰ ਚੰਦਨ ਦੀਆਂ ਮਹਿਕਾਂ ਛਿੜਕ ਕੇ ਜਾਂ ਹੋਰ ਪ੍ਰਕਾਰ ਦੇ ਹਾਰ ਸ਼ਿੰਗਾਰ ਕਰਕੇ ਫੁੱਲਿਆ ਨਹੀਂ ਸਮਾਉਂਦਾ, ਹੰਕਾਰਿਆ ਰਹਿੰਦਾ ਹੈ ਕਿ ਮੇਰਾ ਤਨ ਬਹੁਤ ਖੂਬਸੂਰਤ ਹੈ, ਇਹਦੇ ਵਿੱਚੋਂ ਬੜੀਆਂ ਖੂਬਸੂਰਤ ਮਹਿਕਾਂ ਆਉਂਦੀਆਂ ਨੇ, ਉਹ ਤਨ ਆਖਿਰ ਨੂੰ ਧਰਤੀ ਦੇ ਵਿੱਚ ਹੀ ਰਲ ਜਾਂਦਾ ਹੈ। ਧਰ ਸੰਗ ਰੂਲਿਆ, ਜਲ ਜਾਂਦਾ ਹੈ, ਸੰਸਕਾਰ ਕਰ ਦਿੱਤਾ ਜਾਂਦਾ ਹੈ, ਰਾਖ ਬਣ ਕੇ ਧਰਤੀ ਦੇ ਵਿੱਚ ਹੀ ਸਮਾ ਜਾਂਦਾ ਹੈ। ਮੋਹੇ ਮੋਇਆ ਜਾਣਾ ਦੂਰ ਹੈ, ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ ਮਨੁੱਖ ਇਹ ਸਮਝਦਾ ਹੈ ਕਿ ਉਹ ਪਰਮਾਤਮਾ ਬੜਾ ਦੂਰ ਹੈ, ਪਰ ਕਹੋ ਨਾਨਕ ਸਦਾ ਹਦੂਰ ਹੈ। ਪਰ ਨਾਨਕ ਆਖਦਾ ਹੈ ਕਿ ਨਹੀਂ, ਉਹ ਪਰਮਾਤਮਾ ਦੂਰ ਨਹੀਂ, ਸਦਾ ਤੁਹਾਡੇ ਹਦੂਰ ਹੀ ਹੈ, ਸਦਾ ਤੁਹਾਡੇ ਅੰਗ ਸੰਗ ਹੀ ਹੈ। ਗੌੜੀ ਮਹਿਲਾ ਪੰਜਵਾਂ। ਮਨ ਧਰ ਧਰ ਬੇ ਹਰ ਨਾਮ ਨੂੰ, ਸਾਗਰ ਲਹਿਰ ਸੰਸਾ ਸੰਸਾਰ। ਗੁਰ ਬੋਹਤ ਪਾਰ ਗ੍ਰਮ ਨੂੰ ਰਹਾਓ। ਇਹ ਜੋ ਸੰਸਾਰ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਨੂੰ ਫਿਕਰ ਆਉਂਦੇ ਨੇ, ਸਾਨੂੰ ਸੰਸੇ ਹੁੰਦੇ ਨੇ, ਇਹ ਸਮੁੰਦਰ ਦੀਆਂ ਲਹਿਰਾਂ ਦੇ ਸਮਾਨ ਨੇ। ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਨ ਇਹਨਾਂ ਲਹਿਰਾਂ ਤੋਂ ਪਾਰ ਲੰਘ ਜਾਏ ਤਾਂ ਸਾਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਲੈਣਾ ਹੀ ਪੈਣਾ ਹੈ। ਮਨ ਧਰ ਤਰਬੇ ਹਰ ਨਾਮ ਨੂੰ। ਤਰਬੇ ਤੋਂ ਭਾਵ ਤਰਨ ਵਾਸਤੇ ਤੇ ਧਰ ਤੋਂ ਭਾਵ ਆਸਰਾ, ਕਿ ਇਹਨਾਂ ਸਮੁੰਦਰ ਦੀਆਂ ਲਹਿਰਾਂ ਦੇ ਉੱਪਰ ਤਰਨ ਦੇ ਵਾਸਤੇ ਸਾਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਲੈਣਾ ਪੈਣਾ ਹੈ। ਤੇ ਗੁਰ ਬੋਹਤ ਪਾਰ ਗ੍ਰਮ ਨੂੰ, ਤੇ ਗੁਰੂ ਅਜਿਹਾ ਜਹਾਜ਼ ਹੈ ਜਿਹੜਾ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੇ ਸਮਰੱਥ ਹੈ। ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਸਾਡੀ ਦੁਨਿਆਵੀ ਜ਼ਿੰਦਗੀ ਦੇ, ਵਿਵਹਾਰਕ ਜ਼ਿੰਦਗੀ ਦੇ ਜਿਹੜੇ ਝਗੜੇ ਝਮੇਲੇ ਨੇ, ਉਹ ਇੱਕ ਅਜਿਹੀ ਕਾਲਖ ਹੈ ਜਿਹੜੀ ਸਾਡੇ ਮਨ ਦੇ ਅੰਦਰ ਹਨੇਰਾ ਫੈਲਾਉਂਦੀ ਹੈ, ਮੋਹ ਦਾ ਹਨੇਰਾ। ਤੇ ਉਸ ਮੋਹ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਗੁਰੂ ਵੱਲੋਂ ਮਿਲਿਆ ਹੋਇਆ ਗਿਆਨ ਇੱਕ ਦੀਪਕ ਸਮਾਨ ਹੈ, ਜੋ ਸਾਡੇ ਮਨ ਅੰਦਰ ਆਤਮਕ ਅਡੋਲਤਾ ਦਾ ਚਾਨਣ ਪੈਦਾ ਕਰਦਾ ਹੈ। ਬਿਖ ਬਿਖਿਆ ਪਸਰੀ ਅਤ ਘਨੀ, ਮਾਇਆ ਮੋਹ ਰੂਪੀ ਜ਼ਹਿਰ। ਇਸ ਸੰਸਾਰ ਦੇ ਵਿੱਚ ਬੜਾ ਸੰਘਣਾ ਫੈਲਿਆ ਹੋਇਆ ਹੈ, ਤੇ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਉਬਰੇ ਜਪ ਜਪ ਹਰ ਗੁਣੀ, ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਕਰਕੇ, ਇਸ ਗੱਲ ਨੂੰ ਚੇਤੇ ਦੇ ਵਿੱਚ ਰੱਖ ਕੇ ਕਿ ਇਹ ਜੋ ਦੁਨਿਆਵੀ ਸੰਸਾਰ ਹੈ ਇਹ ਨਾਸਯੋਗ ਹੈ। ਜਿਹੜੀਆਂ ਵਸਤਾਂ ਦੇ ਲਈ ਅਸੀਂ ਲੜ ਝਗੜ ਰਹੇ ਹਾਂ ਉਹ ਨਾਸ਼ਵੰਤ ਨੇ, ਉਹਨਾਂ ਨੇ ਸਦਾ ਸਾਡਾ ਸਾਥ ਨਹੀਂ ਦੇਣਾ। ਉਹ ਸਾਡੇ ਸਰੀਰ ਨੂੰ ਸੁਖਾਲਾ ਕਰ ਸਕਦੀਆਂ ਨੇ, ਸਰੀਰ ਨੂੰ ਸੁੱਖ ਦੇ ਸਕਦੀਆਂ ਨੇ, ਸਾਡੇ ਮਨ ਨੂੰ ਸੁੱਖ ਨਹੀਂ ਦੇ ਸਕਦੀਆਂ। ਇਹਨਾਂ ਗੱਲਾਂ ਨੂੰ ਚੇਤੇ ਦੇ ਵਿੱਚ ਰੱਖ ਕੇ ਅਸੀਂ ਇਸ ਜ਼ਹਿਰ ਤੋਂ ਬਚ ਸਕਦੇ ਹਾਂ। ਮਤ ਵਾਰੋ ਮਾਇਆ ਸੋਇਆ, ਮਤ ਤੋਂ ਬਾਹਰਾ ਮਤਵਾਲਾ ਹੋਇਆ ਮਨੁੱਖ ਮਾਇਆ ਦੀ ਨੀਂਦੇ ਸੁੱਤਾ ਹੋਇਆ ਹੈ। ਗੁਰ ਭੇਟਤ ਭਰਮ ਭਉ ਖੋਇਆ, ਤੇ ਜਦੋਂ ਉਹਨੂੰ ਗੁਰੂ ਮਿਲ ਜਾਂਦਾ ਹੈ ਤਾਂ ਉਹਦੀ ਮਾਇਆ ਦੀ ਨੀਂਦ ਵੀ ਖਤਮ ਹੋ ਜਾਂਦੀ ਹੈ, ਮਾਇਆ ਦਾ ਭੁਲੇਖਾ ਦੂਰ ਹੋ ਜਾਂਦਾ ਹੈ, ਤੇ ਦੁਨੀਆ ਦੇ ਸਾਰੇ ਡਰ ਉਹਦੇ ਲਈ ਮੁੱਕ ਜਾਂਦੇ ਨੇ। ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਹੇ ਨਾਨਕ, ਇਹ ਆਖ ਕਿ ਜਿਸ ਮਨੁੱਖ ਨੇ ਉਸ ਇੱਕ ਪਰਮਾਤਮਾ ਦੇ ਵਿੱਚ ਧਿਆਨ ਧਰਿਆ ਹੈ, ਉਹਨੂੰ ਉਹ ਪਰਮਾਤਮਾ ਹਰ ਸਰੀਰ ਦੇ ਵਿੱਚ ਪ੍ਰਤੱਖ ਨਜ਼ਰ ਆਇਆ ਹੈ। ਗੌੜੀ ਮਹਿਲਾ ਪੰਜਵਾਂ। ਦੀਵਾਨ ਹਮਾਰੋ ਤੂ ਹੀ ਏਕ, ਸੇਵਾ ਥਾਰੀ ਗੁਰੇ ਟੇਕ ਰਹਾਓ। ਕਿ ਹੇ ਪਰਮਾਤਮਾ,
ਸਿਰਫ ਤੂੰ ਹੀ ਸਾਡਾ ਹਾਕਮ ਹੈ, ਤੂੰ ਹੀ ਸਾਡਾ ਆਸਰਾ ਹੈ। ਗੁਰੂ ਦੀ ਓਟ ਲੈ ਕੇ, ਗੁਰੂ ਦੇ ਆਸਰੇ ਦੇ ਵਿੱਚ ਜਾ ਕੇ ਮੈਂ ਤੇਰੀ ਸੇਵਾ ਭਗਤੀ ਕਰਦਾ ਹਾਂ। ਅਨਕ ਜੁਗਤ ਨਹੀਂ ਪਾਇਆ, ਬੜੇ ਕਰਮਕਾਂਡ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਤੈਨੂੰ ਮੈਂ ਨਹੀਂ ਲੱਭ ਸਕਿਆ। ਅਨੇਕਾਂ ਜੁਗਤਾਂ ਲੜਾਈਆਂ, ਪਰ ਹੇ ਪ੍ਰਮਾਤਮਾ ਮੈਂ ਤੈਨੂੰ ਲੱਭ ਨਹੀਂ ਸਕਿਆ। ਗੁਰ ਚਾਕਰ ਲੈ ਲਾਇਆ, ਤੇ ਫਿਰ ਮੈਂ ਗੁਰੂ ਦੀ ਸ਼ਰਨ ਪਿਆ ਤਾਂ ਗੁਰੂ ਨੇ ਮੈਨੂੰ ਤੇਰਾ ਚਾਕਰ ਲਾ ਦਿੱਤਾ, ਮੈਨੂੰ ਤੇਰਾ ਨੌਕਰ ਲਾ ਦਿੱਤਾ, ਸੇਵਕ ਬਣਾ ਦਿੱਤਾ। ਇਹਦਾ ਫਾਇਦਾ ਕੀ ਹੋਇਆ ਕਿ ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ। ਮੇਰੇ ਅੰਦਰ ਜੋ ਪੰਜੇ ਝਗੜਾਲੂ ਵਿਕਾਰ ਪੈਦਾ ਹੋ ਗਏ ਸਨ, ਮੈਂ ਉਹਨਾਂ ਨੂੰ ਮਾਰ ਮੁਕਾਇਆ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਵਿਕਾਰਾਂ ਦੀ ਫੌਜ ਨੂੰ ਮੈਂ ਸਾਧ ਲਿਆ, ਕਾਬੂ ਕਰ ਲਿਆ। ਬਖਸ਼ੀਸ਼ ਵਜੋਂ ਮਿਲ ਏਕ ਨਾਮ, ਗੁਰੂ ਪਾਸੋਂ ਮੈਨੂੰ ਬਖਸ਼ੀਸ਼ ਦੇ ਤੌਰ ਤੇ ਇੱਕ ਪ੍ਰਮਾਤਮਾ ਦਾ ਨਾਮ ਮਿਲਿਆ, ਤੇ ਉਸ ਨਾਮ ਦੀ ਬਰਕਤ ਦੇ ਨਾਲ ਸੁਖ ਸਹਿਜ ਆਨੰਦ ਵਿਸਰਾਮ, ਮੈਨੂੰ ਸੁੱਖ ਵੀ ਮਿਲਿਆ, ਮੈਨੂੰ ਸਹਿਜ ਵੀ ਮਿਲ ਗਿਆ, ਆਨੰਦ ਵੀ ਮਿਲ ਗਿਆ, ਤੇ ਵਿਸ਼ਰਾਮ ਵੀ ਮਿਲ ਗਿਆ। ਜੋ ਸਾਡਾ ਮਨ ਹੈ ਉਹਨੂੰ ਟੇਕ ਨਹੀਂ ਹੈ, ਵਿਸ਼ਰਾਮ ਨਹੀਂ ਹੈ, ਬਹੁਤ ਤੇਜ਼ ਦੌੜਦਾ ਹੈ, ਬੜਾ ਕੁਝ ਸੋਚਦਾ ਰਹਿੰਦਾ ਹੈ। ਅਨੇਕਾਂ ਹੀ ਪ੍ਰਕਾਰ ਦੀਆਂ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਸੋਚਾਂ ਸਾਡੇ ਮਨ ਦੇ ਵਿੱਚੋਂ ਹਰ ਰੋਜ਼ ਇੱਕ ਪਲ ਗੁਜ਼ਰਦੀਆਂ ਰਹਿੰਦੀਆਂ ਨੇ, ਤੇ ਇਹਨਾਂ ਸਭ ਦਾ ਅਸਰ ਇਹ ਹੁੰਦਾ ਹੈ ਕਿ ਅਸੀਂ ਬੇਚੈਨ ਰਹਿੰਦੇ ਹਾਂ, ਸਾਨੂੰ ਚੈਨ ਨਹੀਂ ਆਉਂਦਾ। ਪਰਮਾਤਮਾ ਦਾ ਨਾਮ ਜਪਣਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਮੈਡੀਟੇਸ਼ਨ ਦੇ ਤੌਰ ਤੇ ਕੰਮ ਕਰਦੀ ਹੈ। ਸਾਡੀਆਂ ਇਹਨਾਂ ਸੋਚਾਂ ਨੂੰ ਲਗਾਮ ਦਿੰਦੀ ਹੈ, ਦਿਮਾਗ ਨੂੰ, ਮਨ ਨੂੰ ਥੋੜ੍ਹਾ ਠੰਡਾ ਕਰਦੀ ਹੈ। ਜਦੋਂ ਅਸੀਂ ਪਰਮਾਤਮਾ ਦੇ ਨਾਲ ਵਿਰਤੀ ਜੋੜੀ ਰੱਖਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਜੋ ਬੇਫਜ਼ੂਲ ਖਿਆਲ ਆਉਂਦੇ ਹਨ ਉਹ ਆਉਣੇ ਬੰਦ ਹੋ ਜਾਂਦੇ ਹਨ। ਸਾਡੀ ਸੋਚ ਉਸ ਪਰਮਾਤਮਾ ਦੇ ਨਾਲ ਹੀ ਜੁੜੀ ਰਹਿੰਦੀ ਹੈ, ਹਰ ਵਕਤ ਉਹੀ ਸਾਡੇ ਮਨ ਦੇ ਵਿੱਚ ਟਿਕਿਆ ਰਹਿੰਦਾ ਹੈ। ਸਾਡੇ ਮਨ ਨੂੰ ਥੋੜ੍ਹਾ ਵਿਸਰਾਮ ਮਿਲਦਾ ਹੈ, ਤੇ ਉਸ ਵਿਸਰਾਮ ਦੇ ਵਿੱਚੋਂ ਹੀ ਸੁੱਖ ਤੇ ਆਨੰਦ ਉਪਜਦੇ ਨੇ। ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿੰਨ ਮੁਖ ਉਜਲੇ। ਜਿਹੜੇ ਉਸ ਪਰਮਾਤਮਾ ਦੇ ਸੇਵਕ ਬਣਦੇ ਹਨ ਉਹ ਭਲੇ ਹਨ, ਬੜੇ ਭਾਗਾਂ ਵਾਲੇ ਹਨ, ਤੇ ਹੇ ਨਾਨਕ ਉਹਨਾਂ ਦੇ ਮੁਖ ਸਦਾ ਉਜਲੇ ਰਹਿੰਦੇ ਹਨ। ਉਹਨਾਂ ਦੇ ਚਿਹਰਿਆਂ ਤੇ ਅਲੱਗ ਕਿਸਮ ਦਾ ਹੀ ਜਾਹੋ ਜਲਾਲ ਹੁੰਦਾ ਹੈ, ਅਲੱਗ ਹੀ ਰੌਸ਼ਨੀ ਹੁੰਦੀ ਹੈ। ਉਹ ਅਜਿਹੀ ਹੁੰਦੀ ਹੈ ਕਿ ਉਹਨਾਂ ਨੂੰ ਤੱਕ ਕੇ ਸਾਹਮਣੇ ਵਾਲਾ ਇਨਸਾਨ ਵੀ ਖੁਸ਼ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 210ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੇ ਭਾਗਾਂ ਵਾਲੇ ਹੋ ਤੁਸੀਂ ਵੀ ਤੇ ਅਸੀਂ ਵੀ ਜੋ ਗੁਰੂ ਦੀ ਬਾਣੀ ਦੇ ਨਾਲ ਜੁੜੇ ਹੋਏ ਹਾਂ। ਗੁਰੂ ਦੇ ਗਿਆਨ ਦਾ ਦੀਪਕ ਆਪਣੇ ਮਨਾਂ ਦੇ ਵਿੱਚ ਜਲਾ ਰਹੇ ਹਾਂ। ਹਰ ਇੱਕ ਅੰਗ ਦੀ ਬਾਣੀ ਜਿਵੇਂ ਜਿਵੇਂ ਅਸੀਂ ਪੜ੍ਹ ਰਹੇ ਹਾਂ, ਉਸ ਦੀਪਕ ਦੀ ਰੌਸ਼ਨੀ ਹੋਰ ਤੇਜ਼ ਹੋ ਰਹੀ ਹੈ, ਤੇ ਸਾਡੇ ਮਨਾਂ ਦੇ ਵਿੱਚੋਂ ਮਾਇਆ ਦਾ ਜੋ ਹਨੇਰਾ ਹੈ ਹੌਲੀ ਹੌਲੀ ਕਰਕੇ ਦੂਰ ਹੋ ਰਿਹਾ ਹੈ। ਸਾਡਾ ਮਨ ਵਿਸ਼ਰਾਮ ਵੱਲ ਨੂੰ ਵੱਧ ਰਿਹਾ ਹੈ। ਪਰਮਾਤਮਾ ਇਸੇ ਪ੍ਰਕਾਰ ਹੀ ਸਾਡੇ ਸਭਨਾਂ ਦੇ ਉੱਪਰ ਕਿਰਪਾ ਬਣਾਈ ਰੱਖੇ, ਤੇ ਅਸੀਂ ਇਸ ਸਫ਼ਰ ਨੂੰ ਇੱਦਾਂ ਹੀ ਜਾਰੀ ਰੱਖੀਏ। ਇਸ ਵੀਡੀਓ ਨੂੰ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਉਹ ਲੋਕ ਵੀ ਗੁਰੂ ਦੇ ਗਿਆਨ ਦਾ ਲਾਭ ਉਠਾ ਸਕਣ। ਇਸੇ ਸੰਦੇਸ਼ ਤੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।